ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜਪ ਗੋਬਿੰਦ ਗੋਪਾਲ ਲਾਲ, ਰਾਮ ਨਾਮ ਸਿਮਰ ਤੂ ਜੀਵੇ। ਫਿਰ ਨਾ ਖਾਈ ਮਹਾਕਾਲ, ਕੋਟ ਜਨਮ ਭ੍ਰਮ 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 ਆਇਓ। ਬੜਾ ਭਾਗ ਸਾਧ ਸੰਗ ਪਾਇਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 11ਵੇਂ ਵਿੱਚ ਅੱਜ ਆਪਾਂ ਗੁਰੂ ਜੀ ਦੁਆਰਾ ਰਾਜੇ ਰਾਮ ਨੂੰ ਪੁੱਤਰ ਦਾ ਵਰ ਦੇਣ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਸ਼੍ਰੀ ਸਤਿਗੁਰੂ ਜੀ ਬੇੜੀ ਵਿੱਚੋਂ ਉਤਰ ਕੇ ਆਪਣੇ ਦਮਦਮੇ ਵਾਲੇ ਸਥਾਨ 'ਤੇ ਆ ਗਏ। ਬਹੁਤ ਸਿੱਖਾਂ ਨੇ ਆ ਕੇ ਮਿਲ ਕੇ ਉੱਥੇ ਸੁੰਦਰ ਧਰਮਸ਼ਾਲਾ ਬਣਾਈ, ਜਿੱਥੇ ਧੋਬਣ ਦੇ ਬ੍ਰਿਸ਼ ਨੂੰ ਟਿਕਾਇਆ ਸੀ। ਇੱਕ ਪਿੰਡ ਤਾਂ ਉੱਥੇ ਵਸਾਇਆ, ਦੂਸਰਾ ਥਾਂ ਜਿੱਥੇ ਖੰਜਰ ਲਿਆ ਸੀ ਤੇ ਉਸ ਨੂੰ ਧਰਤੀ ਦੇ ਵਿੱਚ ਕੱਢ ਦਿੱਤਾ ਸੀ, ਉੱਥੇ ਵੀ ਇੱਕ ਭਾਰੀ ਨਗਰ ਵਸਾਇਆ ਤੇ ਉਸ ਨਗਰ ਦਾ ਨਾਂ ਖੰਜਰ ਰੱਖਿਆ। ਤੁਰਕ ਬਾਦਸ਼ਾਹ ਦੀ ਕਾਫੀ ਸੈਨਾ ਉੱਥੇ ਆਸਾਨੀ ਨਾਲ ਟਿਕਾ ਦਿੱਤੀ। ਦੋਵਾਂ ਰਾਜਾਂ ਦੀ ਹੱਦ ਮਿੱਥ ਦਿੱਤੀ, ਜਿਸ ਨਾਲ ਦੁਬਾਰਾ ਕੋਈ ਵਿਰੋਧ ਨਾ ਉੱਠੇ। ਦੋਵਾਂ ਪਾਸਿਆਂ ਨੂੰ ਪ੍ਰਸੰਨਤਾ ਸਹਿਤ ਕਰ ਦਿੱਤਾ ਤੇ ਉਹ ਆਪੋ ਆਪਣੇ ਰਾਜ ਵਿੱਚ ਸੁਚੇਤ ਹੋ ਗਏ। ਕਾਮਰੂਪ ਦੇਸ਼ ਦੇ ਬਰਾਬਰ ਉੱਥੇ ਇੱਕ ਹੋਰ ਸ੍ਰੇਸ਼ਟ ਰਾਜ ਸੀ। ਉਸ ਰਾਜੇ ਦਾ ਨਾਮ ਰਾਮ ਸੀ। ਉਸ ਦੇ ਘਰ ਪੁੱਤਰ ਨਹੀਂ ਸੀ ਪੈਦਾ ਹੋਇਆ। ਉਹ ਕਈ ਉਪਚਾਰ ਕਰ ਕਰਕੇ ਹਾਰ ਗਿਆ ਤੇ ਕਿਸੇ ਪ੍ਰਕਾਰ ਵੀ ਪੁੱਤਰ ਪੈਦਾ ਨਾ ਹੋਇਆ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੁੰਦਰ ਜਸ ਬਹੁਤ ਫੈਲਿਆ। ਉਸ ਕਾਮਰੂਪ ਦੇਸ਼ ਵਿੱਚ ਗੁਰੂ ਜੀ ਦੇ ਕਈ ਵਰ੍ਹੇ ਬਤੀਤ ਹੋਏ, ਇਸ ਕਰਕੇ ਉਹਨਾਂ ਦਾ ਉੱਥੇ ਬਹੁਤ ਜਸ ਪ੍ਰਗਟ ਹੋਇਆ। ਛੋਟੇ ਵੱਡੇ ਸਭ ਉਹਨਾਂ ਬਾਰੇ ਉਚਾਰਨ ਕਰਦੇ ਸਨ ਕਿ ਗੁਰੂ ਜੀ ਸਭ ਕਾਮਨਾਵਾਂ ਪੂਰੀਆਂ ਕਰਦੇ ਹਨ। ਜਿਹੜੇ ਸੇਵਾ ਕਰਕੇ ਸੇਵਕ ਹੁੰਦੇ ਹਨ, ਹਿਰਦੇ ਵਿੱਚ ਜੋ ਵੀ ਸ਼ਰਧਾ ਕਰਕੇ ਕਾਮਨਾ ਧਾਰਨ ਕਰਦੇ ਹਨ, ਉਹ ਤੁਰੰਤ ਮੂੰਹ ਮੰਗੀਆਂ ਮੁਰਾਦਾਂ ਪਾਉਂਦੇ ਹਨ। ਉਹਨਾਂ ਦਾ ਕਿਹਾ ਵਚਨ ਤੁਰੰਤ ਪੂਰਾ ਹੁੰਦਾ ਹੈ। ਅਨੇਕਾਂ ਮਨੁੱਖਾਂ ਨੇ ਪੁੱਤਰਾਂ ਦੇ ਵਰ ਪਾਏ। ਕਈਆਂ ਨੇ ਸੇਵਾ ਕਰਕੇ ਸਰੀਰਕ ਰੋਗ ਖਤਮ ਕੀਤੇ। ਜਿਹੜੇ ਗਰੀਬ ਹੁੰਦੇ ਸਨ, ਉਹ ਬੇਨਤੀ ਕਰਦੇ ਸਨ ਤਾਂ ਧਨਾੜ ਹੋ ਕੇ ਸੁੱਖ ਪਾਉਂਦੇ ਸਨ। ਜਿਹੜੇ ਅਣਜਾਣ ਅਨਾਦਰ ਕਰਦੇ ਸੀ, ਉਹਨਾਂ ਨੂੰ ਤੁਰੰਤ ਬਿਪਤਾ ਆ ਘੇਰਦੀ ਸੀ। ਮੁੱਖ ਵਿੱਚੋਂ ਜਿਸ ਤਰ੍ਹਾਂ ਦਾ ਬਚਨ ਨਿਕਲਦਾ ਸੀ, ਕਿਸੇ ਦੇਰੀ ਤੋਂ ਬਗੈਰ ਬਚਨ ਪੂਰਾ ਹੋ ਜਾਂਦਾ ਸੀ। ਸੈਂਕੜੇ ਲੋਕ ਪਾਸ ਆਉਂਦੇ ਸਨ ਤੇ ਇੱਕ ਬਚਨ ਨਾਲ ਹੀ ਗਰੀਬ ਰਾਜੇ ਬਣ ਜਾਂਦੇ ਸਨ। ਉਸ ਦੇਸ਼ ਵਿੱਚ ਵੱਡਾ ਭੈ ਉਤਪੰਨ ਹੋਇਆ ਸੀ। ਬੜੇ ਆਦਰ ਨਾਲ ਆ ਕੇ ਸਿੱਖੀ ਧਾਰਨ ਕਰਦੇ ਸਨ। ਰਾਜੇ ਰਾਮ ਦੀ ਰਾਣੀ ਨੇ ਸੁਣਿਆ। ਬਹੁਤ ਲੋਕਾਂ ਨੇ ਜਾ ਕੇ ਉਸ ਦੇ ਪਾਸ ਗੁਰੂ ਜੀ ਦਾ ਜਸ ਕੀਤਾ। ਪੁੱਤਰ ਦੀ ਮਹਾਨ ਕਾਮਨਾ ਵਾਲੀ ਸੀ। ਰਾਤ ਦਿਨ ਆਪਣੇ ਦੁੱਖ ਬਾਰੇ ਸੋਚਦੀ ਰਹਿੰਦੀ ਸੀ। ਖਾਣਾ ਪੀਣਾ ਪਹਿਨਣਾ ਅਤੇ ਦੇਣਾ, ਜਿਸ ਦੇ ਮਨ ਸੁੱਖ ਲੈਣ ਦੀ ਰੁਚੀ ਨਹੀਂ ਰਹੀ ਸੀ। ਗੁਰੂ ਜੀ ਦਾ ਜਸ ਸੁਣ ਕੇ ਖਿੜ ਉੱਠੀ, ਮਾਨੋ ਆਪ ਪੁੱਤਰ ਸਹਿਤ ਹੋ ਗਈ ਹੋਵੇ। ਰਾਤ ਪੈਣ 'ਤੇ ਰਾਜਾ ਪਾਸ ਆਇਆ। ਅੱਖਾਂ ਵਿੱਚ ਜਲ ਭਰ ਕੇ ਉਸ ਨੂੰ ਸੁਣਾਇਆ, ਰਾਜ ਸਾਜ਼ੋ ਸਮਾਨ, ਧਨ ਘਰ ਅਤੇ ਭੰਡਾਰ ਸਾਰੇ ਹੀ ਇੱਕ ਪੁੱਤਰ ਤੋਂ ਬਗੈਰ ਫਿੱਕੇ ਹਨ। ਤਿਲਾਂਜਲ ਦੇਣ ਵਾਲਾ ਵੀ ਕੋਈ ਨਹੀਂ ਹੈ। ਪੁੱਤਰ ਤੋਂ ਬਗੈਰ ਦੋਵੇਂ ਅਵਗਤ ਮਰ ਜਾਵਾਂਗੇ। ਬਹੁਤ ਉਪਾਅ ਕਰ ਕਰ ਹਾਰ ਗਏ ਹਾਂ, ਪਰ ਅਸੀਂ ਕਿਸੇ ਪਾਸੋਂ ਵੀ ਪੁੱਤਰ ਨਹੀਂ ਪਾਇਆ ਹੈ। ਤਿਲਾਂਜਲ ਹਿੰਦੂਆਂ ਵਿੱਚ ਇੱਕ ਰਸਮ ਹੈ ਕਿ ਜਦ ਬੰਦਾ ਮਰ ਜਾਂਦਾ ਹੈ ਤਾਂ ਉਸ ਦਾ ਪੁੱਤਰ ਮੁਰਦੇ ਨੂੰ ਦਾਹ ਕੇ ਇਸ਼ਨਾਨ ਕਰਕੇ ਹੱਥ ਦੇ ਬੁੱਕ ਵਿੱਚ ਪਾਣੀ ਅਤੇ ਤਿਲ ਭਰ ਕੇ ਪ੍ਰਾਣੀ ਦੇ ਨਾਮ ਉੱਤੇ ਛੱਡਦਾ ਹੈ। ਪੁੱਤਰ ਦਾ ਅਰਥ ਹੈ ਪੂ ਜਮਾ ਤਰ। ਪੂ ਮੈਨੇ ਨਰਕ ਤੋਂ ਤਰ, ਪੂ ਨਰਕ ਤੋਂ ਤਰ, ਤਰਾਵਣ ਵਾਲਾ। ਪੁੱਤਰ ਨਾਮ ਦੇ ਇਹੀ ਅਰਥ ਹਨ ਕਿ ਨਰਕ ਤੋਂ ਤਰਾਉਣ ਵਾਲਾ ਹੈ, ਫਿਰ ਇਸ ਜਗ ਦਾ ਸੁੱਖ ਉਪਜਾਉਂਦਾ ਹੈ, ਪਰੰਪਰਾ 'ਤੇ ਆਪਣੀ ਕੁੱਲ ਨੂੰ ਵਧਾਉਂਦਾ ਹੈ। ਸਾਥੋਂ ਬਾਅਦ ਵਿੱਚ ਰਾਜ ਦੀ ਸੰਭਾਲ ਕਰੇਗਾ। ਵੇਖ ਕੇ ਅੱਖਾਂ 'ਤੇ ਛਾਤੀ ਨੂੰ ਠੰਡ ਪੈਂਦੀ ਹੈ।
ਉਹ ਸੁੱਖ ਸਾਨੂੰ ਪ੍ਰਾਪਤ ਨਹੀਂ ਹੋਇਆ ਹੈ। ਅਨੇਕਾਂ ਉਪਾਅ ਕਰ ਕਰ ਵੇਖ ਲਏ ਹਨ। ਮੈਂ ਸੁਣਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਥਾਨ 'ਤੇ ਜਿਹੜੇ ਗੁਰੂ ਜੀ ਬੈਠੇ ਹਨ, ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਇੱਧਰ ਆਏ ਹਨ। ਅਨੇਕਾਂ ਲੋਕ ਉਹਨਾਂ ਪਾਸੋਂ ਕਾਮਨਾਵਾਂ ਪਾਉਂਦੇ ਹਨ। ਜਿਹੜੇ ਆਦਰ ਨਾਲ ਸੇਵਾ ਕਰਦੇ ਹਨ, ਉਹਨਾਂ ਨੂੰ ਸੁੱਖ ਉਪਜਾਉਂਦੇ ਹਨ। ਜਿਸ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਾਰੇ ਵੱਡਾ ਜਸ ਹੈ, ਉਹ ਸਾਰੇ ਧਰਤੀ ਮੰਡਲ 'ਤੇ ਬਹੁਤ ਪ੍ਰਸਿੱਧ ਹੋਏ ਹਨ। ਤੁਸੀਂ ਜਾ ਕੇ ਉਹਨਾਂ ਦੀ ਸੇਵਾ ਕਿਉਂ ਨਹੀਂ ਕਰਦੇ ਹੋ ਅਤੇ ਮਨ ਭਾਉਂਦਾ ਪੁੱਤਰ ਦਾ ਵਰ ਪ੍ਰਾਪਤ ਕਰੋ। ਇਹ ਸੁਣ ਕੇ ਰਾਜਾ ਰਾਮ ਬੋਲਿਆ, ਮੈਂ ਵੀ ਉਹਨਾਂ ਦਾ ਸੁੰਦਰ ਸ੍ਰੇਸ਼ਟ ਜਸ ਸੁਣਿਆ ਹੈ। ਆਪਣੇ ਮੁਖ ਤੋਂ ਜਿਵੇਂ ਬਚਨ ਕਰਦੇ ਹਨ, ਸਭ ਪੂਰਾ ਹੁੰਦਾ ਹੈ। ਇਸ ਤਰ੍ਹਾਂ ਜੱਗ ਵਿੱਚ ਪ੍ਰਸਿੱਧ ਹੋਏ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਸੂਰਜ ਵਾਂਗ ਪ੍ਰਕਾਸ਼ ਕੀਤਾ ਸੀ ਅਤੇ ਅਨੇਕਾਂ ਲੋਕਾਂ ਦਾ ਉਹਨਾਂ ਨੇ ਉਧਾਰ ਕੀਤਾ ਸੀ। ਇਹ ਵੀ ਉਹਨਾਂ ਦੇ ਹੀ ਅਵਤਾਰ ਹਨ। ਇਸ ਤਰ੍ਹਾਂ ਸਾਰਾ ਸੰਸਾਰ ਕਹਿ ਰਿਹਾ ਹੈ। ਇਸ ਤਰ੍ਹਾਂ ਆਪਸ ਵਿੱਚ ਗੱਲਾਂ ਕਰਕੇ ਪ੍ਰਸੰਨ ਹੋਏ ਅਤੇ ਰਾਤ ਨੂੰ ਬੜੇ ਸੁੱਖ ਨਾਲ ਸੁੱਤੇ। ਸਵੇਰ ਹੋਈ ਤਾਂ ਜਿਸ ਪਾਸੇ ਗੁਰੂ ਜੀ ਬਾਰੇ ਜਾਣਿਆ ਅਤੇ ਬਹੁਤ ਪ੍ਰਸੰਨ ਹੋ ਕੇ ਉੱਧਰ ਜਾਣ ਦੀ ਤਿਆਰੀ ਕਰ ਲਈ। ਆਪਣੀ ਰਾਣੀ ਨੂੰ ਨਾਲ ਲੈ ਕੇ ਰਾਜਾ ਘੋੜੇ 'ਤੇ ਸਵਾਰ ਹੋ ਗਿਆ। ਕਈ ਘੋੜਸਵਾਰ ਘੋੜਿਆਂ 'ਤੇ ਚੜ੍ਹਾ ਕੇ ਨਗਾਰੇ ਵਜਾਉਂਦਿਆਂ ਨਾਲ ਲੈ ਲਏ। ਪਾਲਕੀਆਂ, ਡੋਲੇ ਅਤੇ ਕਈ ਪ੍ਰਕਾਰ ਦੇ ਵਾਹਨ ਰਾਜਾ ਆਪਣੇ ਨਾਲ ਲੈ ਕੇ ਚੱਲ ਪਿਆ। ਪੁੱਤਰ ਦਾ ਚਾਹਵਾਨ ਰਾਜਾ ਰਸਤੇ ਰਸਤੇ ਤੁਰ ਪਿਆ ਅਤੇ ਚੱਲ ਕੇ ਆਪਣਾ ਸਾਰਾ ਦੇਸ਼ ਪਾਰ ਕੀਤਾ। ਜਿੱਥੇ ਸਤਿਗੁਰੂ ਜੀ ਦਾ ਨਿਵਾਸ ਜਾਣਿਆ ਸੀ, ਉੱਥੇ ਨੇੜੇ ਆ ਕੇ ਆਪਣਾ ਡੇਰਾ ਲਾ ਲਿਆ। ਉੱਥੇ ਤੰਬੂ ਅਤੇ ਸ਼ਾਮਿਆਨੇ ਆ ਕੇ ਤਾਣ ਦਿੱਤੇ। ਰਾਜਾ ਸਥਿਰਤਾ ਧਾਰ ਕੇ ਘੋੜੇ ਤੋਂ ਉਤਰ ਪਿਆ। ਰਾਤ ਪੈਣ 'ਤੇ ਸੁੱਖ ਦੀ ਨੀਂਦ ਸੁੱਤਾ। ਫਿਰ ਜਦ ਸਵੇਰ ਹੋਈ, ਇਸ਼ਨਾਨ ਕਰਕੇ ਅਨੇਕਾਂ ਉਪਹਾਰ ਲੈ ਕੇ ਨੰਗੇ ਪੈਰੀ ਗੁਰੂ ਜੀ ਵਾਲੇ ਪਾਸੇ ਚੱਲ ਪਿਆ। ਮਨ ਵਿੱਚ ਬੜਾ ਦੀਨ ਅਤੇ ਸ਼ਰਧਾਵਾਨ ਹੋ ਗਿਆ। ਪਤਨੀ ਸਹਿਤ ਹੱਥ ਜੋੜ ਕੇ ਨਮਸਕਾਰ ਕਰਕੇ ਭੈ ਭਰਮ ਭੰਨਣ ਵਾਲੇ ਗੁਰੂ ਜੀ ਦੇ ਚਰਨ ਕਮਲਾਂ 'ਤੇ ਮੱਥਾ ਟੇਕਿਆ। ਆਗਿਆ ਲੈ ਕੇ ਡਰ ਧਾਰ ਕੇ ਬੈਠ ਗਏ ਅਤੇ ਉਸਤਤ ਕਰਕੇ ਬੇਨਤੀ ਉਚਾਰਨ ਕੀਤੀ। ਹਰ ਹਿਰਦੇ 'ਤੇ ਹਰ ਦਿਲ ਦੀਆਂ ਜਾਣਨ ਵਾਲੇ, ਤੁਹਾਡੇ ਅੱਗੇ ਕਹਿਣਾ ਬਣਦਾ ਨਹੀਂ ਹੈ। ਫਿਰ ਹੱਥ ਜੋੜ ਕੇ ਵਜ਼ੀਰ ਨੇ ਕਿਹਾ, ਜਦ ਆਪ ਜੀ ਦੇ ਇੱਧਰ ਆਉਣ ਬਾਰੇ ਸੁਣਿਆ ਕਿ ਸਾਡੇ ਵਰਗੇ ਹਜ਼ਾਰਾਂ ਜੀਵਾਂ ਦੇ ਵੱਡੇ ਭਾਗ ਜਾਗੇ ਹਨ, ਪਹਿਲਾਂ ਰਾਜੇ ਦੀ ਇਸ ਤਰ੍ਹਾਂ ਇੱਛਾ ਹੈ ਕਿ ਆਪ ਜੀ ਦੇ ਮੁਖ ਤੋਂ ਸਿੱਖਿਆ ਧਾਰਨ ਕਰੀਏ। ਆਪ ਜੀ ਦੇ ਪਵਿੱਤਰ ਚਰਨ ਕਮਲ ਬਹੁਤ ਸੁੰਦਰ ਹਨ। ਇਹਨਾਂ ਚਰਨਾਂ ਪਾਸੋਂ ਆਪਣੇ ਘਰ ਨੂੰ ਪਵਿੱਤਰ ਕਰਵਾਉਣਾ ਚਾਹੁੰਦੇ ਹਨ। ਜੋ ਵੀ ਤੁਹਾਡੇ ਦਰਬਾਰ ਵਿੱਚੋਂ ਮੰਗਦੇ ਹਨ, ਉਹ ਹੀ ਪ੍ਰਾਪਤ ਕਰ ਲੈਂਦੇ ਹਨ। ਇਸ ਤਰ੍ਹਾਂ ਆਪ ਜੀ ਦਾ ਉੱਤਮ ਸ੍ਰੇਸ਼ਟ ਜਸ ਸੁਣਿਆ ਹੈ। ਆਪ ਜੀ ਨੂੰ ਲੈਣ ਵਾਸਤੇ ਆਪ ਰਾਜਾ ਜੀ ਇੱਧਰ ਚੜ੍ਹ ਕੇ ਆਏ ਹਨ। ਪ੍ਰੇਮ ਭਗਤੀ ਨਾਲ ਉਹਨਾਂ ਦੇ ਚਿੱਤ ਭਿੱਜੇ ਹੋਏ ਹਨ। ਇਹ ਸੁਣ ਕੇ ਗੁਰੂ ਜੀ ਨੇ ਬਚਨ ਕੀਤੇ, ਤੀਰਥਾਂ ਨੂੰ ਵੇਖਣ ਅਤੇ ਇਸ਼ਨਾਨ ਕਰਨ ਵਾਸਤੇ ਇਸ ਦੇਸ਼ ਵਿੱਚ ਆਉਣਾ ਹੋਇਆ ਹੈ ਅਤੇ ਇੱਧਰ ਰਾਜਾ ਬਿਸ਼ਨ ਸਿੰਘ ਦਾ ਕਾਰਜ ਪੂਰਾ ਕੀਤਾ ਹੈ। ਦਾਨ ਹੋਮ ਬਹੁਤ ਵਿਧੀਆਂ ਨਾਲ ਕਰਕੇ ਅਤੇ ਇਸ ਦੇਸ਼ ਵਿੱਚ ਸਿੱਖ ਸੰਗਤ ਵੇਖ ਕੇ ਰਾਜੇ ਦੀ ਜੋ ਵੱਡੀ ਭਾਵਨਾ ਸੀ, ਜਿਸ ਕਰਕੇ ਸ਼ਰਧਾ ਧਾਰ ਕੇ ਉਹ ਕਿਸੇ ਦੇਰੀ ਤੋਂ ਬਿਨਾਂ ਆਇਆ ਸੀ। ਜਿਹੜੀ ਆਪ ਜੀ ਦੀ ਕਾਮਨਾ ਹੈ, ਉਹ ਕਹੋ, ਸਾਥੋਂ ਹੁਣ ਅੱਗੇ ਨਹੀਂ ਜਾਇਆ ਜਾਣਾ ਹੈ। ਇਹ ਸੁਣ ਕੇ ਇੱਕ ਦਿਨ ਉੱਥੇ ਰਹੇ। ਸਵੇਰ ਹੋਈ ਤਾਂ ਗੁਰੂ ਜੀ ਨੂੰ ਮਿਲ ਕੇ ਕਿਹਾ, ਹੇ ਸਤਿਗੁਰੂ ਜੀ, ਤੁਹਾਡਾ ਵੱਡਾ ਜਸ ਸੁਣਿਆ ਹੈ। ਦਰਸ਼ਨ ਕਰਨ ਵਾਸਤੇ ਸਾਡਾ ਮਨ ਕੀਤਾ ਹੈ। ਤੁਸੀਂ ਇੱਧਰ ਆ ਕੇ ਇਸ ਦੇਸ਼ ਨੂੰ ਪਵਿੱਤਰ ਕੀਤਾ ਹੈ। ਸਾਰੇ ਲੋਕ ਨਿਹਾਲ ਹੋ ਗਏ ਹਨ। ਰਾਜਾ ਪੁੱਤਰ ਮੰਗਣ ਲਈ ਕਹਿਣ ਤੋਂ ਸੰਗਦਾ ਹੈ, ਕਿਵੇਂ ਆਖੇ। ਸਤਿਗੁਰੂ ਜੀ ਨੇ ਉਸ ਦੇ ਹਿਰਦੇ ਦੀ ਗੱਲ ਜਾਣ ਲਈ। ਫਿਰ ਉਹਨਾਂ ਨੇ ਆਪਣੇ ਮੁਖ ਤੋਂ ਕੋਮਲ, ਮਿੱਠੇ ਅਤੇ ਸੁਖਦਾਈ ਬਚਨ ਬੋਲੇ। ਹੇ ਰਾਜਾ, ਤੁਹਾਡੇ ਦਿਲ ਦੀ ਜੋ ਅਭਿਲਾਸ਼ਾ ਹੈ, ਉਹ ਕਹਿਣ ਤੋਂ ਚਿੱਤ ਵਿੱਚ ਕਿਉਂ ਝਿਜਕਦੇ ਹੋ? ਉਸ ਨੂੰ ਕਹਿ ਦਿਓ। ਇਹ ਸੁਣ ਕੇ ਰਾਜੇ ਨੇ ਬੇਨਤੀ ਕਰਕੇ ਦੋਵੇਂ ਹੱਥ ਜੋੜ ਕੇ ਕਿਹਾ, ਆਪ ਸਭ ਤੋਂ ਵੱਡੇ ਦਾਨੀ ਹੋ। ਅਸੀਂ ਸਭ ਰੀਤੀਆਂ ਨਾਲ ਅਨੇਕ ਯਤਨ ਕੀਤੇ ਹਨ, ਪਰ ਪੁੱਤਰ ਪ੍ਰਾਪਤ ਨਹੀਂ ਹੋਇਆ ਹੈ। ਚਿੱਤ ਵਿੱਚ ਬਹੁਤ ਚਿੰਤਾ ਹੋਈ ਹੈ। ਉਮਰ ਬਤੀਤ ਹੋ ਗਈ ਹੈ। ਹੁਣ ਸਰੀਰ ਵੀ ਬਿਰਧ ਹੋ ਗਿਆ ਹੈ। ਸਾਡੇ ਰਾਜ ਦਾ ਮਾਲਕ ਸਾਨੂੰ ਦਿਓ। ਹੇ ਕਿਰਪਾ ਨਿਧਾਨ ਜੀ, ਆਪਣੀ ਕਿਰਪਾ ਕਰੋ। ਆਪ ਜੀ ਦੇ ਚਰਨ ਸਾਡਾ ਆਸਰਾ ਹਨ। ਹੋਰ ਸਾਰੇ ਉਪਾਅ ਅਸੀਂ ਛੱਡ ਦਿੱਤੇ ਹਨ। ਹੇ ਪ੍ਰਭੂ ਜੀ, ਆਪ ਜੀ ਦੇ ਸਿੱਖ ਬਣਦੇ ਹਾਂ। ਲੋਕ ਪਰਲੋਕ ਵਿੱਚ ਸਾਡਾ ਕਲਿਆਣ ਕਰੋ। ਪਹਿਲਾਂ ਸੰਤ ਦੇਵਤੇ ਬਹੁਤ ਮਨਾਏ ਹਨ ਅਤੇ ਕਈ ਹੋਰ ਉਪਾਅ
ਪੂਜਾ ਕਰਨ ਦੇ ਕੀਤੇ ਹਨ, ਬਹੁਤ ਯਤਨ ਕੀਤੇ ਹਨ, ਪਰ ਪੁੱਤਰ ਪੈਦਾ ਨਹੀਂ ਹੋਇਆ ਹੈ। ਮਨੋਰਥਹੀਨ ਰਹਿ ਕੇ ਵੱਡੀ ਚਿੰਤਾ ਲੱਗੀ ਹੈ। ਹੁਣ ਸਤਿਗੁਰੂ ਜੀ ਦੀ ਸ਼ਰਨ ਆਏ ਹਾਂ, ਜਿਨ੍ਹਾਂ ਨੇ ਸਭ ਤੋਂ ਉੱਤਮ ਕਲਪ ਬ੍ਰਿਛ ਪਾਇਆ ਹੈ। ਮੇਰੇ ਚਿੱਤ ਦੀ ਕੋਈ ਚਿੰਤਾ ਨਹੀਂ ਰਹੇਗੀ। ਮੇਰੇ ਮਨ ਵਿੱਚ ਐਸਾ ਨਿਸ਼ਚਾ ਬੱਝਾ ਹੈ। ਇਸ ਪ੍ਰਕਾਰ ਦੀ ਬੇਨਤੀ ਸੁਣ ਕੇ ਦੀਨ ਦਿਆਲ ਗੁਰੂ ਜੀ ਨੇ ਆਪਣਾ ਬਿਰਧ ਸੰਭਾਲਿਆ। ਦੀਨ ਜਾਣ ਕੇ ਗੁਰੂ ਜੀ ਨੇ ਦਇਆ ਕੀਤੀ ਤੇ ਬਚਨ ਕੀਤਾ, ਤੁਹਾਨੂੰ ਵਰ ਦਿੱਤਾ ਹੈ। ਗੁਰੂ ਜੀ ਨੇ ਹੱਥ ਵਿੱਚ ਇੱਕ ਮੋਹਰ ਫੜੀ ਸੀ। ਉਸ ਮੋਹਰ ਨੂੰ ਰਾਜੇ ਦੇ ਪੱਟ ਨਾਲ ਲਾਇਆ। ਤੁਹਾਡਾ ਪੁੱਤਰ ਸਾਡਾ ਸਿੱਖ ਹੋਵੇਗਾ, ਧਰਮੀ ਆਤਮਾ ਵਾਲਾ, ਵੱਡੇ ਭਾਗਾਂ ਵਾਲਾ ਹੋਵੇਗਾ। ਉਸ ਦੇ ਸਿਰ ਉੱਤੇ ਇਹ ਮੋਹਰ ਹੋਵੇਗੀ, ਉਹ ਸਾਡਾ ਇਹ ਚਿੰਨ੍ਹ ਧਾਰਨ ਕਰੇਗਾ। ਫਿਰ ਰਾਜੇ ਨੇ ਗੁਰੂ ਜੀ ਦੇ ਚਰਨ ਧੋ ਕੇ ਚਰਨਾ ਅੰਮ੍ਰਿਤ ਲਿਆ ਤੇ ਵਿਦਾ ਲੈ ਕੇ ਚਲੇ ਗਏ। ਕੁਝ ਮਹੀਨਿਆਂ ਬਾਅਦ ਪੁੱਤਰ ਪੈਦਾ ਹੋਇਆ। ਗੁਰੂ ਜੀ ਦਾ ਚਿੰਨ੍ਹ ਉਸ ਨੇ ਸਿਰ 'ਤੇ ਧਾਰਨ ਕੀਤਾ ਸੀ। ਜਦ ਸਤਿਗੁਰੂ ਜੀ ਪਟਨੇ ਤੋਂ ਚੱਲ ਕੇ ਸੰਗਤ ਨੂੰ ਮਿਲ ਕੇ ਕੁਝ ਮਾਰਗ ਲੰਘੇ ਤਾਂ ਆਨੰਦ ਦੇ ਖਜ਼ਾਨੇ ਨਾਲ ਭਰੀ ਖਬਰ ਮਿਲੀ, ਆਪ ਜੀ ਦੇ ਘਰ ਪੁੱਤਰ ਪੈਦਾ ਹੋਇਆ ਹੈ, ਵਧਾਈ ਹੋਵੇ। ਸੁਣ ਕੇ ਗੁਰੂ ਜੀ ਨੂੰ ਬਹੁਤ ਵਿਧੀਆਂ ਨਾਲ ਪ੍ਰਸੰਨਤਾ ਹੋਈ। ਉੱਥੇ ਬਹੁਤ ਦਾਨ ਦੇ ਕੇ ਲੋਕਾਂ ਦੀ ਗਰੀਬੀ ਦੂਰ ਕੀਤੀ। ਗੁਰੂ ਜੀ ਦੇ ਘਰ ਵਿੱਚ ਸਾਹਿਬਜ਼ਾਦੇ ਨੇ ਜਨਮ ਲਿਆ ਸੀ। ਬਿਸ਼ਨ ਸਿੰਘ ਸੁਣ ਕੇ ਬਹੁਤ ਪ੍ਰਸੰਨ ਹੋਇਆ ਸੀ। ਛੋਟੇ ਵੱਡੇ ਬਹੁਤ ਨਗਾਰੇ ਵਜਾਏ ਗਏ। ਬਹੁਤ ਦੇਰ ਤੱਕ ਸਾਰੇ ਸੁਣਦੇ ਰਹੇ। ਤੋਪਾਂ ਬੰਦੂਕਾਂ ਦੀਆਂ ਬਹੁਤ ਸ਼ਲਖਾਂ ਛੱਡੀਆਂ ਗਈਆਂ। ਉਸ ਸਮੇਂ ਬਾਰ-ਬਾਰ ਚਲਾਈਆਂ ਗਈਆਂ। ਰਾਜੇ ਨੇ ਗਰੀਬਾਂ ਨੂੰ ਬਹੁਤ ਦਾਨ ਦਿੱਤਾ। ਇਸ ਤਰ੍ਹਾਂ ਸੁਣ ਕੇ ਸੋਨੇ ਦੇ ਬਹੁਤ ਕੰਗਣ ਬਖਸ਼ੇ। ਜਿਸ ਨੇ ਸਭ ਤੋਂ ਪਹਿਲਾਂ ਖਬਰ ਸੁਣਾਈ, ਉਸ ਨੇ ਦੋਵੇਂ ਲੋਕਾਂ ਦੇ ਸੁੱਖ ਵਜੋਂ ਬਖਸ਼ੀਸ਼ ਪਾਈ। ਅਨੇਕ ਪ੍ਰਕਾਰ ਦੇ ਕੌਤਕ ਕੀਤੇ। ਨੱਟ ਨਾਚ ਕਰਨ ਵਾਲੇ, ਦਾਸ ਦਾਸੀਆਂ, ਭੱਟ ਡੂਮ ਭਾਟ ਆਦਿਕ ਜਿਹੜੇ ਵੀ ਆਏ, ਸਾਰੇ ਦਾਨ ਲੈ ਕੇ ਤ੍ਰਿਪਤ ਹੋ ਗਏ। ਸਿੱਖ ਸੰਗਤ ਵੀ ਬਹੁਤ ਉਤਸਵ ਕਰਦੀ ਸੀ। ਸੁਣ ਸੁਣ ਕੇ ਬਹੁਤ ਆਨੰਦ ਧਾਰਨ ਕਰਦੇ ਸਨ। ਸਾਰੀ ਸੈਨਾ ਨੇ ਉਤਸਵ ਕੀਤਾ। ਯਥਾਯੋਗ ਸਾਰਿਆਂ ਨੂੰ ਧਨ ਦਿੱਤਾ। ਗੁਰੂ ਜੀ ਸਾਰੇ ਕਾਰਜ ਕਰਕੇ ਵਾਪਸ ਮੁੜਨਾ ਚਾਹੁੰਦੇ ਸਨ। ਸਤਿਗੁਰੂ ਜੀ ਨੇ ਪਟਨਾ ਸਾਹਿਬ ਵਾਲੇ ਪਾਸੇ ਆਪਣਾ ਮੂੰਹ ਕਰ ਲਿਆ ਤੇ ਹੁਣ ਕਵੀ ਜੀ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਕਥਾ ਚਿੱਤ ਲਾ ਕੇ ਸੁਣਾਉਣ ਲੱਗੇ ਹਨ। ਜਿਵੇਂ ਜਿਵੇਂ ਮੁਕਤੀ ਦਾਤੇ ਬਾਲਕ ਗੁਰੂ ਜੀ ਪਟਨੇ ਨਗਰ ਵਿੱਚ ਖੇਡਦੇ ਰਹੇ, ਬਹੁਤ ਵੱਡਾ ਜਿਹੜਾ ਮਹਾਨ ਉਤਸਵ ਹੋਇਆ। ਸਾਧ ਸੰਗਤ ਜੀ, ਇਹ ਸਾਰਾ ਆਪਾਂ ਅਗਲੇ ਅੰਗ ਵਿੱਚ ਸਰਵਣ ਕਰਾਂਗੇ। ਤਦ ਤੱਕ ਦਾਸ ਨੂੰ ਆਗਿਆ ਦਿਓ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।